ਤੀਜੇ ਹਫ਼ਤੇ 5ਵੇਂ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਪੂਰੇ ਹਫ਼ਤੇ ਅਸੀਂ ਫੋਰਸਡ ਓਸੀਲੇਟਰ ਨੂੰ ਦੇਖ ਰਹੇ ਸੀ। ਇਸ ਲਈ ਅੱਜ ਕੁਝ ਸਮੱਸਿਆਵਾਂ ਕਰਾਂਗੇ। ਕੁਝ ਚੁਣੀਆਂ ਗਈਆਂ ਸਮੱਸਿਆਵਾਂ। ਮੈਨੂੰ ਤੁਰੰਤ ਪਹਿਲੀ ਸਮੱਸਿਆ ਵਿੱਚ ਆਉਣ ਦਿਓ। ਇਸ ਲਈ ਇਸ ਕੇਸ ਵਿੱਚ 2 ਕਿਲੋਗ੍ਰਾਮ ਪੁੰਜ ਦਾ ਇੱਕ ਬਲਾਕ ਇੱਕ ਸਪਰਿੰਗ ਤੋਂ ਲਟਕਾਇਆ ਜਾਂਦਾ ਹੈ। ਇਸ ਲਈ ਸਿਚੁਏਸ਼ਨ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। ਇਸ ਲਈ ਮੇਰੇ ਕੋਲ ਇਸ ਤਰ੍ਹਾਂ ਦਾ ਇੱਕ ਸਪਰਿੰਗ ਹੈ ਅਤੇ ਜੋ ਕੀਤਾ ਜਾਂਦਾ ਹੈ ਉਹ ਸਪਰਿੰਗ ਦੇ ਨਾਲ 2 ਕਿਲੋਗ੍ਰਾਮ ਪੁੰਜ ਵਾਲਾ ਇੱਕ ਬਲਾਕ ਜੁੜ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਸਪਰਿੰਗ ਦੀ ਇੱਕ ਸਟੇਂਟ ਹੋ ਜਾਵੇਗੀ ਅਤੇ ਸਮੱਸਿਆ ਦੱਸਦੀ ਹੈ ਕਿ ਇਹ 2.5 ਸੈਂਟੀਮੀਟਰ ਤੱਕ ਫੈਲਦੀ ਹੈ। ਇਸ ਲਈ ਇਹ 2 ਕਿਲੋਗ੍ਰਾਮ ਦਾ ਇੱਕ ਬਲਾਕ ਹੈ ਅਤੇ ਇਸ ਤਰ੍ਹਾਂ ਖਿੱਚਣਾ ਉਦੋਂ ਹੁੰਦਾ ਹੈ ਜਦੋਂ ਅਮਾਉਂਟ 2.5 ਸੈਂਟੀਮੀਟਰ ਹੁੰਦਾ ਹੈ ਅਤੇ ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਪਰਿੰਗ ਦਾ ਟੌਪ ਐਂਡ ਜੋ ਇੱਥੇ ਇਹ ਪਾਰਟ ਹੈ ਜਿਸ ਨੂੰ ਮੈਂ ਹੁਣ ਮਾਰਕ ਕਰ ਰਿਹਾ ਹਾਂ 120 ਹਾਰਮੋਨਿਕ ਓਸੀਲੇਸ਼ਨ ਤੋਂ ਗੁਜ਼ਰ ਰਿਹਾ ਹੈ ਅਤੇ ਇਸ ਦਾ ਐਂਪਲੀਟਿਊਡ 2 ਮਿਲੀਮੀਟਰ ਹੈ। ਇਸ ਲਈ ਇਹ 2 ਮਿਲੀਮੀਟਰ ਹੋਵੇਗਾ। ਇਸ ਲਈ ਇਹ ਇਕੁਇਲਿਬਰੀਅਮ ਪੋਜੀਸ਼ਨ ਤੋਂ ਉੱਪਰ ਅਤੇ ਹੇਠਾਂ ਜਾਂਦਾ ਹੈ ਅਤੇ 2 ਮਿਲੀਮੀਟਰ ਦੋਵੇਂ ਸਾਈਡ ਹੁੰਦਾ ਹੈ ਅਤੇ ਸਾਨੂੰ ਇਹ ਵੀ ਦਿੱਤਾ ਜਾਂਦਾ ਹੈ ਕਿ ਇਸ ਸਿਸਟਮ ਦਾ Q ਵੈਲਿਊ 15 ਹੈ। ਇਸ ਲਈ ਪਹਿਲਾ ਸਵਾਲ ਇਹ ਹੈ ਕਿ ਓਮੇਗਾ 0 ਕੀ ਹੈ। ਓਮੇਗਾ 0 ਕੁਦਰਤੀ ਫ੍ਰੀਕੁਐਂਸੀ ਹੈ। ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਸਿਸਟਮ ਦੀ ਕੁਦਰਤੀ ਫ੍ਰੀਕੁਐਂਸੀ ਕੀ ਹੈ। ਇਸ ਲਈ ਇਹ ਉਸ ਜਾਣਕਾਰੀ ਤੋਂ ਕੀਤਾ ਜਾ ਸਕਦਾ ਹੈ ਜੋ ਸਮੱਸਿਆ ਦੇ ਪਹਿਲੇ ਹਿੱਸੇ ਵਿੱਚ ਦਿੱਤੀ ਗਈ ਹੈ। ਇਸ ਲਈ ਅਸੀਂ ਦੱਸਿਆ ਹੈ ਕਿ ਤੁਹਾਡੇ ਕੋਲ ਇੱਕ ਸਪਰਿੰਗ ਹੈ ਅਤੇ ਤੁਸੀਂ ਸਪਰਿੰਗ ਦੇ ਪੁੰਜ ਨੂੰ ਲਗਭਗ 2.5 ਸੈਂਟੀਮੀਟਰ ਜੋੜਦੇ ਹੋ। ਫਿਰ ਸਟ੍ਰੈਚਿੰਗ ਜਿਸ ਨੂੰ ਮੰਨਦੇ ਹਾਂ ਕਿ X ਹੇਠਾਂ ਦਿੱਤੇ ਦੁਆਰਾ ਦਿੱਤਾ ਜਾਵੇਗਾ ਤਾਂ ਜੋ ਭਾਰ ਜੋ ਕਿ mg ਹੈ ਇਸ ਇਕੁਏਸ਼ਨ ਤੋਂ K ਟਾਈਮਸ X ਦੇ ਇਕੁਅਲ ਹੈ। ਅਸੀਂ ਓਮੇਗਾ 0 ਨੂੰ ਸਿਰਫ ਇਸ ਲਈ ਲੱਭ ਸਕਦੇ ਹਾਂ ਕਿਉਂਕਿ ਕੁਝ K ਬਾਏ m ਜੋ ਕਿ ਓਮੇਗਾ 0 ਸਕੁਏਅਰ ਦੇ ਇਕੁਅਲ ਹੈ ਜੋ ਕਿ G ਦੇ ਇਕੁਅਲ X ਨਾਲ ਡਿਵਾਈਡ ਕੀਤਾ ਜਾਵੇਗਾ ਅਤੇ G ਨੂੰ X ਦੁਆਰਾ ਡਿਵਾਈਡ ਕੀਤਾ ਗਿਆ 9.81 ਮੀਟਰ ਪ੍ਰਤੀ ਸਕਿੰਟ ਸਕੁਏਅਰ। ਇਹ ਉਹ ਅਮਾਉਂਟ ਹੈ ਜਿਸ ਦੁਆਰਾ ਇਹ ਫੈਲਦਾ ਹੈ ਜੋ ਕਿ 2.5 ਸੈਂਟੀਮੀਟਰ ਹੈ ਤਾਂ ਜੋ 2.5 ਵਿੱਚ 10 ਪਾਵਰ -2 ਮੀਟਰ ਹੋਵੇਗਾ। ਇਸ ਲਈ ਸਾਨੂੰ ਸਕੁਏਅਰ ਰੂਟ ਲੈਣ ਦੀ ਲੋੜ ਹੈ ਜੋ ਸਾਨੂੰ ਓਮੇਗਾ 0 ਦੀ ਵੈਲਿਊ ਦੇਵੇਗਾ। ਇਸ ਲਈ ਲਗਭਗ ਇਹ ਮੁੱਲ ਲਗਭਗ 400 ਹਰਟਜ਼ ਹੋਵੇਗਾ। ਕੀ ਅਸਲ ਵਿੱਚ ਮੈਨੂੰ ਇਸ ਦਾ ਸਕੁਏਅਰ ਰੂਟ ਲੈਣਾ ਚਾਹੀਦਾ ਹੈ ਤਾਂ ਓਮੇਗਾ 0 ਲਗਭਗ 400 ਦਾ ਸਕੁਏਅਰ ਰੂਟ ਹੋਵੇਗਾ। ਇਸ ਲਈ ਅਨੁਮਾਨਿਤ ਵੈਲਿਊ ਲਗਭਗ 20 ਹਰਟਜ਼ ਹੈ। ਇਸ ਲਈ ਸਮੱਸਿਆ ਦੇ ਪਹਿਲੇ ਪਾਰਟ ਦਾ ਜਵਾਬ ਦਿੰਦਾ ਹੈ। ਦੂਜਾ ਪਾਰਟ ਇਹ ਹੈ ਕਿ ਇਸ ਫ੍ਰੀਕੁਐਂਸੀ ਤੇ ਪਹਿਲੇ ਓਸੀਲੇਸ਼ਨਸ ਦਾ ਐਂਪਲੀਟਿਊਡ ਕੀ ਹੈ ਜੋ ਕਿ 20 ਹਰਟਜ਼ ਹੈ ਜੋ ਅਸੀਂ ਉਸ ਹਰ ਚੀਜ਼ ਤੋਂ ਫੋਰਸਡ ਓਸੀਲੇਸ਼ਨਸ ਦੇ ਐਂਪਲੀਟਿਊਡ ਬਾਰੇ ਜਾਣਦੇ ਹਾਂ ਜਿਸ ਦਾ ਅਸੀਂ ਅਧਿਐਨ ਕਰਦੇ ਹਾਂ। ਮੋਡ Z ਤੇ ਓਮੇਗਾ ਦੁਆਰਾ F0 ਹੈ ਜੋ ਕਿ ਇੰਪੀਡੈਂਸ ਹੈ ਤਾਂ ਜੋ F0 ਬਾਏ ਓਮੇਗਾ ਇਨਟੂ ਗਾਮਾ ਸਕੁਏਅਰ ਪਲੱਸ ਦਾ ਸਕੁਏਅਰ ਰੂਟ m ਓਮੇਗਾ ਮਾਈਨਸ S ਬਾਏ ਓਮੇਗਾ ਹੋਲ ਸਕੁਏਅਰ ਹੋਵੇਗਾ। ਹੁਣ ਸਾਨੂੰ ਓਮੇਗਾ 0 ਤੇ ਇਸ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਹੈ ਜੋ ਕਿ ਬਹੁਤ ਮੁਸ਼ਕਲ ਨਹੀਂ ਹੈ। ਇਸ ਲਈ
ਓਮੇਗਾ 0 ਦੇ ਇਕੁਅਲ ਓਮੇਗਾ ਤੇ ਐਂਪਲੀਟਿਊਡ f0 ਡਿਵਾਈਡੇਡ ਬਾਏ ਓਮੇਗਾ 0 ਇਨਟੂ ਗਾਮਾ ਸਕੁਏਅਰ ਪਲਸ ਦਾ ਸਕੁਏਅਰ ਰੂਟ ਅਤੇ m ਓਮੇਗਾ 0 ਮਾਈਨਸ k ਬਾਏ ਓਮੇਗਾ 0 ਹੋਲ ਸਕੁਏਅਰ। ਇਸ ਲਈ ਅਸਲ ਵਿੱਚ ਇੱਥੇ s ਸਟਿਫਨੈਸ ਕੌਨਸਟੈਂਟ ਸਿਰਫ ਸਪਰਿੰਗ ਕੌਨਸਟੈਂਟ k ਹੈ। ਇਸ ਲਈ ਯਾਦ ਰੱਖੋ ਕਿ ਇਹ s ਜੋ ਮੈਂ ਇੱਥੇ ਲਿਖਿਆ ਹੈ ਅਸਲ ਵਿੱਚ k ਹੋਣਾ ਚਾਹੀਦਾ ਹੈ, ਜੋ ਕਿ ਸਪਰਿੰਗ ਕੌਨਸਟੈਂਟ ਹੈ। ਇਸ ਲਈ ਇੱਥੇ ਪੁੰਜ ਪਹਿਲਾਂ ਹੀ ਦਿੱਤਾ ਗਿਆ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਪੁੰਜ ਸਪਰਿੰਗ ਕੌਨਸਟੈਂਟ ਦੀ ਵੈਲਿਊ ਉਹ ਹੈ ਜੋ ਅਸੀਂ ਜਾਣਦੇ ਹਾਂ। ਅਸਲ ਵਿੱਚ ਅਸੀਂ m k ਬਾਏ m ਦੀ ਵੈਲਿਊ ਆਪਣੇ ਆਪ ਜਾਣਦੇ ਹਾਂ। ਇਸ ਲਈ ਅਸਲ ਵਿੱਚ ਦੋ ਚੀਜ਼ਾਂ ਨੂੰ ਛੱਡ ਕੇ ਬਾਕੀ ਸਭ ਕੁਝ ਜਾਣਿਆ ਜਾਂਦਾ ਹੈ। ਇੱਕ ਇਹ ਕਿ ਅਸੀਂ ਨਹੀਂ ਜਾਣਦੇ ਕਿ f0 ਕੀ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਗਾਮਾ ਕੀ ਹੈ। ਗਾਮਾ ਦੀ ਗਣਨਾ ਕਰਨਾ ਆਸਾਨ ਹੈ ਕਿਉਂਕਿ ਅਸੀਂ Q ਫੈਕਟਰ ਦੀ ਵੈਲਿਊ ਜਾਣਦੇ ਹਾਂ, ਜੋ ਕਿ Q15 ਦੇ ਇਕੁਅਲ ਦਿੱਤਾ ਗਿਆ ਹੈ। ਇਸ ਲਈ Q ਜੋ m ਓਮੇਗਾ 0 ਬਾਏ ਗਾਮਾ ਦੇ ਇਕੁਅਲ ਹੈ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਓਮੇਗਾ 0 ਦੀ ਗਣਨਾ ਕਰ ਲਈ ਹੈ। m ਪਹਿਲਾਂ ਹੀ ਜਾਣਿਆ ਜਾਂਦਾ ਹੈ ਅਤੇ ਗਾਮਾ ਸਿਰਫ ਅਣਜਾਣ ਹੈ। ਇੱਥੇ ਗਾਮਾ m ਓਮੇਗਾ 0 ਬਾਏ Q ਦੇ ਇਕੁਅਲ ਹੋਵੇਗਾ। ਇਸ ਲਈ ਇਸ ਦਾ ਮਤਲਬ ਇਹ ਹੋਵੇਗਾ ਕਿ ਪੁੰਜ 2 ਕਿਲੋਗ੍ਰਾਮ ਹੈ, ਤਾਂ ਜੋ ਕਿ 2 ਮਲਟੀਪਲਾਈਡ ਬਾਏ ਓਮੇਗਾ 0 20 ਹੈ। 20 ਨੂੰ a ਡਿਵਾਈਡੇਡ ਬਾਏ aq ਜੋ 15 ਹੈ। ਇਸ ਲਈ ਇਹ 4 ਬਾਏ 3 4 ਵਿੱਚ ਹੋਵੇਗਾ। ਤਾਂ ਇਹ ਲਗਭਗ 8 ਬਾਏ 3 ਹੋਵੇਗਾ। ਇਸ ਲਈ ਮੈਂ ਗਾਮਾ ਨੂੰ ਜਾਣਦਾ ਹਾਂ। ਹੁਣ ਮੈਂ ਜਾਣਦਾ ਹਾਂ m ਓਮੇਗਾ 0 ਜਾਣਿਆ ਜਾਂਦਾ ਹੈ। k ਜਾਣਿਆ ਜਾਂਦਾ ਹੈ। f0 ਬਾਰੇ ਕੀ ਹੈ? f0 ਫੋਰਸਿੰਗ ਦਾ ਐਂਪਲੀਟਿਊਡ ਹੈ ਅਤੇ ਇੱਥੇ ਫੋਰਸਿੰਗ ਇਸ ਤਰ੍ਹਾਂ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਪੈਂਡੂਲਮ ਦਾ ਸਿਖਰ ਉੱਪਰ ਅਤੇ ਹੇਠਾਂ ਓਸਿਲੇਟ ਕਰਦਾ ਹੈ ਅਤੇ ਐਂਪਲੀਟਿਊਡ 2 ਮਿਲੀਮੀਟਰ ਹੈ। ਇਸ ਲਈ ਇਹ ਸਾਡਾ f0 ਹੈ। ਤਾਂ f0 2 ਮਿਲੀਮੀਟਰ ਹੈ, ਜੋ ਕਿ 2 ਤੋਂ 10 ਪਾਵਰ ਮਾਈਨਸ 3 ਮੀਟਰ ਹੋਵੇਗਾ। ਹੁਣ ਸਾਡੇ ਕੋਲ ਉਹ ਸਭ ਕੁਝ ਹੈ ਜਿਸ ਦੀ ਸਾਨੂੰ ਲੋੜ ਹੈ। ਇਸ ਲਈ ਸਾਨੂੰ ਇਹਨਾਂ ਸਾਰੇ ਐਕਸਪ੍ਰੈਸ਼ਨ ਨੂੰ ਐਂਪਲੀਟਿਊਡ ਲਈ ਇਸ ਸਮੀਕਰਨ ਵਿੱਚ ਜੋੜਨ ਦੀ ਲੋੜ ਹੈ, ਜਿਸ ਨੂੰ ਮੈਂ ਇਸ ਨੂੰ ਇਹ ਕਹਾਂਗਾ। ਅਸੀਂ f0 ਜਾਣਦੇ ਹਾਂ, ਅਸੀਂ ਗਾਮਾ ਨੂੰ ਜਾਣਦੇ ਹਾਂ। ਪੂਰਨਤਾ ਲਈ ਮੈਨੂੰ ਵੀ ਰਾਈਟ ਓਮੇਗਾ 0 ਦਿਓ ਜੋ ਅਸੀਂ ਹੁਣੇ ਗਿਣਿਆ ਹੈ, ਜੋ 20 ਹਰਟਜ਼ ਹੈ। ਇਸ ਲਈ ਇਸ ਸਾਰੀ ਜਾਣਕਾਰੀ ਦੇ ਨਾਲ ਤੁਹਾਨੂੰ ਐਂਪਲੀਟਿਊਡ ਦੀ ਗਣਨਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਮੈਂ ਇਸ ਨੂੰ ਤੁਹਾਡੇ ਲਈ ਨੰਬਰ ਲਗਾਉਣ ਲਈ ਇੱਕ ਅਭਿਆਸ ਵਜੋਂ ਛੱਡਦਾ ਹਾਂ ਅਤੇ ਐਂਪਲੀਟਿਊਡ ਦੀ ਗਣਨਾ ਕਰੋ ਤਾਂ ਜੋ ਪਹਿਲੀ ਸਮੱਸਿਆ ਨੂੰ ਪੂਰਾ ਕਰ ਸਕੇ ਜਿਸ ਨਾਲ ਅਸੀਂ ਸ਼ੁਰੂ ਕੀਤਾ ਸੀ। ਇਸ ਲਈ ਇਹ ਸਮੱਸਿਆ ਉਸ ਚਿੱਤਰ ਤੇ ਆਧਾਰਿਤ ਹੈ ਜੋ ਇੱਥੇ ਦਿੱਤੀ ਗਈ ਹੈ, ਜੋ ਓਮੇਗਾ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਔਸਤ ਇਨਪੁਟ ਪਾਵਰ ਦੇ ਰੂਪ ਵਿੱਚ ਦਿਖਾਈ ਗਈ ਹੈ, ਜੋ ਕਿ ਡਰਾਈਵਿੰਗ ਦੀ ਫਰੀਕੁਐਂਸੀ ਹੈ। ਅਤੇ ਅਸੀਂ ਦੱਸਿਆ ਹੈ ਕਿ ਇਹ ਸਪਰਿੰਗ ਦੇ ਕੇਸ ਲਈ ਹੈ, ਜੋ ਕਿ ਇੱਕ ਸਪਰਿੰਗ ਤੋਂ ਲਟਕਦੇ ਹੋਏ ਪੁੰਜ ਨੂੰ ਵੀ ਡੈਂਪਡ ਕੀਤਾ ਜਾਂਦਾ ਹੈ ਅਤੇ ਇਹ ਡੈਂਪਡ ਹੁੰਦਾ ਹੈ। ਅਤੇ ਅਸੀਂ ਇਹ ਮੰਨ ਸਕਦੇ ਹਾਂ ਕਿ Q ਵੈਲਿਊ ਕਾਫੀ ਵੱਡਾ ਹੈ ਅਤੇ ਸਵਾਲ ਇਹ ਹੈ ਕਿ Q ਵੈਲਿਊ ਨੂੰ ਲੱਭੋ ਅਤੇ ਇਸ ਸਵਾਲ ਦਾ ਦੂਜਾ ਪਾਰਟ ਹੈ ਜੋ ਇਹ ਹੈ ਕਿ ਜੇਕਰ ਤੁਸੀਂ ਡਰਾਈਵਿੰਗ ਪਾਰਟ ਨੂੰ ਹਟਾ ਦਿੰਦੇ ਹੋ ਤਾਂ ਬੇਸ਼ੱਕ ਊਰਜਾ ਡੈਂਪਿੰਗ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਸਾਨੂੰ ਐਨਰਜੀ ਡੈਂਪਿੰਗ ਦਿੱਤੀ ਜਾਂਦੀ ਹੈ। ਇਸ ਲਈ ਸਵਾਲ ਇਹ ਹੈ ਕਿ ਬੀਟਾ ਦੀ ਵੈਲਿਊ ਲੱਭੋ ਜੋ ਇਸ ਇਕੁਏਸ਼ਨ ਵਿੱਚ ਦਿਖਾਈ ਦਿੰਦਾ ਹੈ। ਇਸ ਲਈ ਆਓ Q ਦੀ ਵੈਲਿਊ ਲੱਭਣ ਲਈ ਸਮੱਸਿਆ ਦੇ ਪਹਿਲੇ ਪਾਰਟ ਨਾਲ ਸ਼ੁਰੂ ਕਰੀਏ ਅਤੇ ਇਹ ਸਭ ਤੋਂ ਆਸਾਨ ਸਮੱਸਿਆਵਾਂ ਵਿੱਚੋਂ ਇੱਕ ਹੈ, ਕਿਉਂਕਿ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਪਿਛਲੇ ਮੋਡਿਊਲ ਵਿੱਚ ਕੀ ਕੀਤਾ ਸੀ, Q ਵੈਲਿਊ ਸਿਰਫ ਓਮੇਗਾ
0 ਬਾਏ ਓਮੇਗਾ 2 ਮਾਈਨਸ ਓਮੇਗਾ 1 ਹੈ। ਇਸ ਲਈ ਇੱਥੇ ਓਮੇਗਾ 0 ਹੈ। ਸਾਨੂੰ ਕੋਈ ਨੰਬਰ ਨਹੀਂ ਦਿੱਤਾ ਗਿਆ ਹੈ, ਇਹ ਸਿਰਫ ਓਮੇਗਾ 0 ਹੈ। ਤਾਂ ਇੱਥੇ ਇਹ ਕੁਆਂਟੀਟੀ ਹੈ। ਇਸ ਲਈ ਅਸੀਂ ਇਸ ਦੇ ਨਿਊਮੈਰੀਕਲ ਵੈਲਿਊ ਨੂੰ ਨਹੀਂ ਜਾਣਦੇ ਹਾਂ। ਪਰ ਕੋਈ ਫਰਕ ਨਹੀਂ ਪੈਂਦਾ। ਪਰ ਇਹ ਓਮੇਗਾ 0 ਹੈ। ਪਰ ਅਸੀਂ ਜਾਣਦੇ ਹਾਂ ਕਿ ਓਮੇਗਾ 2 ਅਤੇ ਓਮੇਗਾ 0 ਓਮੇਗਾ 1 ਕੀ ਹੈ। ਇਸ ਲਈ, ਇਹ ਓਮੇਗਾ 1 ਹੈ ਅਤੇ ਇਹ ਓਮੇਗਾ 2 ਹੈ। ਇਸ ਲਈ ਮੈਨੂੰ ਬਸ ਓਮੇਗਾ 0 ਡਿਵਾਈਡੇਡ ਬਾਏ ਓਮੇਗਾ 2 ਦੀ ਵੈਲਿਊ ਨੂੰ 1.0 5 ਓਮੇਗਾ 0 ਮਾਈਨਸ 0.95 ਓਮੇਗਾ 0 ਨੂੰ ਸਬਸਟੀਟਿਊਟ ਕਰਨਾ ਹੈ। ਇਸ ਲਈ, ਇਹ ਓਮੇਗਾ 0 ਹੋਵੇਗਾ। ਮੈਂ ਇੱਥੇ ਓਮੇਗਾ 0 ਆਮ ਲੈ ਸਕਦਾ ਹਾਂ, ਜੋ 1.05 ਮਾਈਨਸ 0.95 ਹੋਵੇਗਾ। ਓਮੇਗਾ 0 ਅਤੇ ਓਮੇਗਾ 0 ਕੈਂਸਲ ਹੋ ਜਾਂਦੇ ਹਨ ਤਾਂ ਜੋ ਤੁਸੀਂ ਦੇਖ ਸਕੋ ਕਿ ਸਾਨੂੰ ਇਸ ਕੇਸ ਵਿੱਚ ਓਮੇਗਾ 0 ਦੀ ਵੈਲਿਊ ਜਾਣਨ ਦੀ ਜ਼ਰੂਰਤ ਨਹੀਂ ਹੈ। ਇਸ ਲਈ, ਜਵਾਬ 1 ਡਿਵਾਈਡੇਡ ਬਾਏ 1 ਹੈ। ਇਸ ਲਈ Q ਵੈਲਿਊ 1 ਹੈ, ਤਾਂ ਕਿ ਨਤੀਜਾ। ਇਸ ਲਈ ਇਸ ਕੇਸ ਵਿੱਚ Q ਵੈਲਿਊ 1 ਹੈ। ਹੁਣ ਇਸ ਸਮੱਸਿਆ ਦਾ ਦੂਜਾ ਪਾਰਟ ਹੈ। ਡਰਾਈਵਿੰਗ ਫੋਰਸ ਨੂੰ ਹਟਾ ਦਿੱਤਾ ਗਿਆ ਹੈ। ਅਤੇ ਜਿਵੇਂ ਕਿ ਤੁਸੀਂ ਉਮੀਦ ਕਰਦੇ ਹੋ ਕਿ ਜੇਕਰ ਡਰਾਈਵਿੰਗ ਹਟਾ ਦਿੱਤੀ ਜਾਂਦੀ ਹੈ, ਤਾਂ ਓਸੀਲੇਟਰ ਦੀ ਡੈਂਪਿੰਗ ਹੋਣੀ ਸ਼ੁਰੂ ਹੋ ਜਾਵੇਗੀ। ਅਤੇ ਐਨਰਜੀ ਡੈਂਪਿੰਗ ਇੱਥੇ ਦਿੱਤੀ ਗਈ ਹੈ ਕਿ ਟਾਈਮਸ ਦੇ ਫੰਕਸ਼ਨ ਦੇ ਰੂਪ ਵਿੱਚ ਰੋ ਟਾਈਮਸ e ਪਾਵਰ ਮਾਈਨਸ ਬੀਟਾ ਨੂੰ t ਵਿੱਚ ਜਾਂਦਾ ਹੈ। ਜੇਕਰ ਤੁਸੀਂ ਉਸ ਤੇ ਵਾਪਸ ਜਾਂਦੇ ਹੋ, ਜੋ ਅਸੀਂ ਡੈਂਪਡ ਓਸੀਲੇਟਰ ਲਈ ਅਧਿਐਨ ਕੀਤਾ ਸੀ, ਤਾਂ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਇੱਥੇ ਪੀਟਰ ਦੇ ਰੂਪ ਵਿੱਚ ਕੀ ਦਿੱਤਾ ਗਿਆ ਹੈ। ਜਦੋਂ ਤੁਸੀਂ ਅਸਲ ਵਿੱਚ ਸਮੱਸਿਆ ਦੇ ਪੈਰਾਮੀਟਰਸ ਨਾਲ ਸੰਬੰਧਿਤ ਹੁੰਦੇ ਹੋ, ਜੋ m ਆਪਣੇ ਆਪ ਵਿੱਚ ਗਾਮਾ ਹੋਵੇਗਾ। Qm ਓਮੇਗਾ 0 ਬਾਏ ਗਾਮਾ ਹੈ। ਅਤੇ ਇਸ ਨੂੰ Q ਬਾਏ ਓਮੇਗਾ 0 ਇਕੁਅਲ ਹੈ m ਬਾਏ ਗਾਮਾ ਲਿਖਿਆ ਜਾ ਸਕਦਾ ਹੈ, ਜਿਸ ਕੇਸ ਵਿੱਚ ਇਹ ਸਿਰਫ ਬੀਟਾ ਹੈ, ਅਤੇ ਅਸੀਂ ਜਾਣਦੇ ਹਾਂ ਕਿ Q 1 ਦੇ ਇਕੁਅਲ ਹੈ। ਇਸ ਲਈ ਓਮੇਗਾ 0 ਦੇ ਰੂਪ ਵਿੱਚ ਬੀਟਾ ਦੀ ਵੈਲਿਊ 1 ਡਿਵਾਈਡੇਡ ਬਾਏ ਓਮੇਗਾ 0 ਹੈ। ਇਸ ਲਈ ਇਹ ਨਤੀਜਾ ਹੋਵੇਗਾ। ਜਦੋਂ ਤੱਕ ਓਮੇਗਾ 0 ਦੀ ਵੈਲਿਊ ਨਹੀਂ ਦਿੱਤੀ ਜਾਂਦੀ ਹੈ, ਬੀਟਾ ਲਈ ਨਿਊਮੈਰੀਕਲ ਵੈਲਿਊ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ। ਇਸ ਲਈ ਇਹ ਸਿਸਟਮ ਦੀ ਕੁਦਰਤੀ ਫਰੀਕੁਐਂਸੀ ਦੇ ਰੂਪ ਵਿੱਚ ਲਿਖਿਆ ਗਿਆ ਹੈ। ਆਓ ਇੱਕ ਤੀਜੀ ਸਮੱਸਿਆ ਨਾਲ ਸ਼ੁਰੂ ਕਰੀਏ। ਤਾਂ ਇਸ ਕੇਸ ਵਿੱਚ 0 ਦੇ ਇਕੁਅਲ t ਤੇ ਡੈਂਪਡ ਓਸੀਲੇਟਰ ਦਾ ਐਂਪਲੀਟਿਊਡ A ਵਜੋਂ ਦਿੱਤਾ ਗਿਆ ਹੈ, ਅਤੇ ਇਹ n ਟਾਈਮ ਪੀਰੀਅਡਾਂ ਤੋਂ ਬਾਅਦ ਇਸ ਦੇ ਵੈਲਿਊ e ਤੋਂ 1 ਤੱਕ ਘਟਦਾ ਹੈ। ਅਤੇ ਜੇਕਰ t 0 ਡੈਂਪਿੰਗ ਦੇ ਬਿਨਾਂ ਟਾਈਮ ਪੀਰੀਅਡ ਹੈ, ਅਤੇ td ਡੈਂਪਿੰਗ ਦੇ ਨਾਲ ਟਾਈਮ ਪੀਰੀਅਡ ਨੂੰ ਦਰਸਾਉਂਦਾ ਹੈ। ਹੁਣ ਸਾਨੂੰ ਇਹ ਦਰਸਾਉਣ ਦੀ ਲੋੜ ਹੈ ਕਿ ਅਜਿਹੀ ਸਥਿਤੀ ਵਿੱਚ ਅਨੁਪਾਤ t0 ਬਾਏ td ਦਿੱਤਾ ਗਿਆ ਹੈ। ਇਸ ਲਈ, ਆਓ ਅਸੀਂ ਸਮੱਸਿਆ ਦੇ ਪਹਿਲੇ ਸਟੇਟਮੈਂਟ ਦੀ ਵਰਤੋਂ ਕਰੀਏ, ਜੋ K ਬਾਏ A0 ਇਸ ਲਈ, A0 ਸ਼ੁਰੂਆਤੀ ਐਂਪਲੀਟਿਊਡ ਹੈ, ਅਤੇ ਇਹ ਕਿਸੇ ਸਮੇਂ ਐਂਪਲੀਟਿਊਡ ਹੈ। ਆਓ ਅਸੀਂ ਕਹੀਏ ਕਿ t A ਬਾਏ 0 ਹੈ। ਬੇਸ਼ੱਕ ਕਿ ਪਾਵਰ ਮਾਈਨਸ ਗਾਮਾ ਬਾਏ 2m ਇਨਟੂ t ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਉਹ ਚੀਜ਼ ਹੈ ਜਿਸਦਾ ਅਸੀਂ ਇੱਕ ਡੈਂਪਡ ਓਸੀਲੇਟਰ ਦੇ ਕੇਸ ਲਈ ਅਧਿਐਨ ਕੀਤਾ ਹੈ। ਹੁਣ
ਜਦੋਂ n ਪੂਰੇ ਪੀਰੀਅਡ ਤੋਂ ਬਾਅਦ ਐਂਪਲੀਟਿਊਡ a ਇਸ ਦੀ ਵੈਲਿਊ ਤੇ e ਦੇ ਨਾਲ ਸਿਰਫ 1 ਤੇ ਡਿੱਗਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਟਰਮ ਕਹੀਏ ਕਿ t ਤੇ ਇਸ n ਟਾਈਮਸ t0 ਹੈ। ਇਸ ਟਾਈਮ ਤੇ ਇਹ n ਟਾਈਮਸ ਹੈ ਪੀਰੀਅਡ ਬਿਨਾਂ ਡੈਂਪਿੰਗ। ਇਸ ਸਮੇਂ ਸਾਡੇ ਕੋਲ ਇਹ ਹੈ ਕਿ ਗਾਮਾ ਬਾਏ 2m ਮਲਟੀਪਲਾਈਡ ਬਾਏ t, ਜੋ ਗਾਮਾ ਦੇ ਇਕੁਅਲ ਹੈ ਬਾਏ 2m ਮਲਟੀਪਲਾਈਡ ਬਾਏ n ਇਨਟੂ t0, 1 ਦੇ ਇਕੁਅਲ ਹੈ, ਤਾਂ ਹੀ ਐਂਪਲੀਟਿਊਡ ਇਸ ਦੀ ਮੁੱਖ ਵੈਲਿਊ 1 ਬਾਏ e ਨਾਲ ਘਟ ਸਕਦਾ ਹੈ। ਇਸ ਲਈ ਸਾਡੇ ਕੋਲ ਹੁਣ ਇੱਕ ਸੰਬੰਧ ਹੈ ਜੋ ਗਾਮਾ mn ਅਤੇ t0 ਨੂੰ ਜੋੜਦਾ ਹੈ। ਇਸ ਲਈ ਮੈਨੂੰ ਸਿਰਫ ਅਨੁਪਾਤ t0 ਬਾਏ rt dt 0 ਡਿਵਾਈਡੇਡ ਬਾਏ td ਹੈ ਜੋ t0 ਦੇ ਇਕੁਅਲ ਹੋਵੇਗਾ। ਯਾਦ ਰੱਖੋ t0 2 ਪਾਈ ਹੈ। ਓਮੇਗਾ 0 ਮਲਟੀਪਲਾਈਡ td ਹੈ 2 ਪਾਈ ਬਾਏ ਓਮੇਗਾ d। ਇਸ ਲਈ ਓਮੇਗਾ 0 ਕੁਦਰਤੀ ਫ੍ਰੀਕੁਏਂਸੀ ਹੈ ਅਤੇ td ਡੈਂਪਿੰਗ ਦੇ ਨਾਲ ਟਾਈਮ ਪੀਰੀਅਡ ਹੈ। ਓਮੇਗਾ d ਡੈਂਪਿੰਗ ਦੇ ਨਾਲ ਐਂਗੂਲਰ ਫ੍ਰੀਕੁਏਂਸੀ ਹੈ। ਇਸ ਲਈ ਯਾਦ ਰੱਖੋ ਕਿ ਆਮ ਟਾਈਮ ਪੀਰੀਅਡ 2 ਪਾਈ ਬਾਏ ਓਮੇਗਾ ਹੈ। ਇਸ ਲਈ ਅਸੀਂ ਇਸ ਤੱਥ ਦੀ ਵਰਤੋਂ ਕੀਤੀ ਹੈ ਕਿ t0 2 ਪਾਈ ਬਾਏ ਓਮੇਗਾ 0 ਹੈ ਅਤੇ td 2 ਪਾਈ ਬਾਏ ਓਮੇਗਾ d ਹੈ, ਤਾਂ ਜੋ ਮੈਂ ਇੱਥੇ ਕੀਤਾ ਹੈ। ਇਸ ਲਈ 2 ਪਾਈ ਤੋਂ ਪਾਈ ਕੈਂਸਲ ਕਰ ਦੇਵੇਗਾ। ਇਹ ਮੈਨੂੰ ਓਮੇਗਾ d ਬਾਏ ਓਮੇਗਾ 0 ਦੇਵੇਗਾ। ਹੁਣ ਸਾਨੂੰ ਸਿਰਫ ਓਮੇਗਾ 3 ਨੂੰ ਸਬਸਟੀਟਿਊਟ ਕਰਨ ਦੀ ਲੋੜ ਹੈ। ਤੁਹਾਨੂੰ ਦੁਬਾਰਾ ਯਾਦ ਹੈ ਕਿ ਓਮੇਗਾ d ਡੈਂਪਡ ਓਸੀਲੇਟਰ ਦੀ ਫ੍ਰੀਕੁਏਂਸੀ ਹੈ ਅਤੇ ਇਹ ਗਾਮਾ ਸਕੁਏਅਰ ਦੇ ਸਕੁਏਅਰ ਰੂਟ ਦੇ ਇਕੁਅਲ ਹੋਵੇਗਾ। 4 ਮੀਟਰ ਸਕੁਏਅਰ ਪਲਸ k ਬਾਏ m। ਬੇਸ਼ੱਕ ਇਸ ਨੂੰ ਮਾਈਨਸ ਸਾਈਨ ਨਾਲ ਆਉਣਾ ਚਾਹੀਦਾ ਹੈ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਨੂੰ k ਬਾਏ m ਮਾਈਨਸ ਗਾਮਾ ਸਕੁਏਅਰ ਬਾਏ 4m ਸਕੁਏਅਰ ਡਿਵਾਈਡੇਡ ਬਾਏ k ਬਾਏ m ਦਾ ਸਕੁਏਅਰ ਰੂਟ ਦੇ ਸਬਸਟੀਟਿਊਟ ਦੀ ਜ਼ਰੂਰਤ ਹੈ, ਕਿਉਂਕਿ ਇਹ ਕੁਆਂਟੀਟੀ k ਬਾਏ m ਓਮੇਗਾ 0 ਸਕੁਏਅਰ ਦੇ ਇਕੁਅਲ ਹੈ। ਅਤੇ ਇੱਥੋਂ ਕੁਝ ਸਰਲ ਮੈਨੀਪੁਲੇਸ਼ਨਸ ਉਹ ਹੈ ਜੋ ਸਾਨੂੰ ਕਰਨ ਦੀ ਲੋੜ ਹੈ। ਇਸ ਲਈ ਇੱਥੇ ਜੇਕਰ ਤੁਸੀਂ ਰੂਟ k ਬਾਏ m ਬਾਹਰੋਂ ਲੈਂਦੇ ਹੋ ਤਾਂ ਤੁਹਾਨੂੰ 1 ਮਾਈਨਸ ਗਾਮਾ ਸਕੁਏਅਰ ਬਾਏ 4k m ਪ੍ਰਾਪਤ ਹੋਵੇਗਾ। ਤੁਸੀਂ ਸਿਰਫ ਰੂਟ k ਬਾਏ m ਬਾਹਰੋਂ ਲਓਗੇ। ਇਸ ਲਈ ਨਿਊਮਰੇਟਰ ਵਿੱਚ ਰੂਟ k m ਅਤੇ ਡਿਨੋਮੀਨੇਟਰ ਵਿੱਚ ਰੂਟ k m ਕੈਂਸਲ ਹੋ ਜਾਵੇਗਾ ਅਤੇ ਬਾਕੀ ਇਹ ਹੁਣ ਲੋੜੀਂਦਾ ਫਾਰਮ ਪ੍ਰਾਪਤ ਕਰਨ ਲਈ ਹੋ ਸਕਦਾ ਹੈ। ਇੱਥੇ m ਨਾਲ ਮਲਟੀਪਲਾਈ ਅਤੇ ਡਿਵਾਈਡ ਕਰੋ ਤਾਂ ਤੁਸੀਂ ਗਾਮਾ ਸਕੁਏਅਰ m ਡਿਵਾਈਡੇਡ ਬਾਏ 4k m ਸਕੁਏਅਰ। ਇਸ ਲਈ ਸਾਨੂੰ ਗਾਮਾ m ਅਤੇ k ਨੂੰ ਖਤਮ ਕਰਨ ਦੀ ਲੋੜ ਹੈ ਅਤੇ ਇਸ ਦੇ ਲਈ ਸਾਡੇ ਕੋਲ ਇਹ ਸੰਬੰਧ ਹੈ ਜਿਸ ਦੀ ਅਸੀਂ ਪਹਿਲਾਂ ਹੀ ਗਣਨਾ ਕੀਤੀ ਹੈ। ਇਸ ਲਈ ਇਹ ਕਹਿੰਦਾ ਹੈ ਕਿ ਇਹ ਗਾਮਾ ਬਾਏ 2m ਇਕੁਅਲ 1 ਬਾਏ n ਇਨਟੂ t 0 ਹੈ। ਮੈਂ ਇਸ ਨੂੰ ਇੱਥੇ ਲਿਖਦਾ ਹਾਂ। ਗਾਮਾ ਬਾਏ 2m ਇਕੁਅਲ 1 ਬਾਏ n ਟਾਈਮਸ t 0 ਹੈ। ਇਸ ਲਈ ਮੇਰੇ ਕੋਲ 1 ਗਾਮਾ ਸਕੁਏਅਰ ਬਾਏ 4m ਸਕੁਏਅਰ ਇਨਟੂ m ਬਾਏ k ਹੋਵੇਗਾ। ਇਸ ਲਈ ਜੇਕਰ ਤੁਸੀਂ ਗਾਮਾ ਸਕੁਏਅਰ ਬਾਏ 4m ਸਕੁਏਅਰ ਨਾਲ ਦੇਖਦੇ ਹੋ ਤਾਂ
ਇਹ ਸਿਰਫ ਇਸ ਕੁਆਂਟੀਟੀ ਦੇ ਇਸ ਸੰਬੰਧ ਸਕੁਏਅਰ ਦਾ ਸਕੁਏਅਰ ਹੈ। ਇਸ ਲਈ ਮੇਰੇ ਕੋਲ 1 ਮਾਈਨਸ ਗਾਮਾ ਸਕੁਏਅਰ ਬਾਏ 4m ਸਕੁਏਅਰ ਹੋਵੇਗਾ। 1 n ਸਕੁਏਅਰ ਇਨਟੂ t0 ਸਕੁਏਅਰ ਮਲਟੀਪਲਾਈਡ ਬਾਏ ਦੁਬਾਰਾ m ਬਾਏ k ਓਮੇਗਾ 0 ਨਾਲ ਸੰਬੰਧਿਤ ਹੈ, ਕਿਉਂਕਿ ਓਮੇਗਾ 0 ਸਕੁਏਅਰ k ਬਾਏ m ਹੈ ਅਤੇ ਇਸ ਲਈ m ਬਾਏ k ਓਮੇਗਾ 1 ਬਾਏ 0 ਸਕੁਏਅਰ ਹੋਵੇਗਾ ਅਤੇ ਇਹ ਕੁਆਂਟੀਟੀ m ਓਮੇਗਾ 0 2 ਪਾਈ ਬਾਈ t0 ਦੇ ਇਕੁਅਲ ਹੈ। ਇਸ ਲਈ ਇਹ 4 ਪਾਈ ਸਕੁਏਅਰ ਬਟਾ t0 ਸਕੁਏਅਰ ਹੋਵੇਗੀ। ਇਸ ਲਈ ਮੈਂ ਹੁਣ ਇਸ ਨੂੰ t0 ਸਕੁਏਅਰ ਡਿਵਾਈਡੇਡ ਬਾਏ 4 ਪਾਈ ਸਕੁਏਅਰ ਨਾਲ ਸਬਸਟੀਟਿਊਟ ਕਰ ਸਕਦੇ ਹਾਂ। ਇਸ ਲਈ ਸਪਸ਼ਟ ਤੌਰ ਤੇ t0 ਸਕੁਏਅਰ ਕੈਂਸਲ ਹੋ ਜਾਵੇਗਾ। ਇਸ ਲਈ ਮੈਂ 1 ਮਾਈਨਸ 1 ਡਿਵਾਈਡੇਡ ਬਾਏ 4 ਪਾਈ ਸਕੁਏਅਰ n ਸਕੁਏਅਰ ਪ੍ਰਾਪਤ ਕਰਨ ਜਾ ਰਿਹਾ ਹਾਂ। ਇਹ t0 ਬਾਏ t ਹੈ ਅਤੇ ਇਹ ਲੋੜੀਂਦਾ ਐਕਸਪ੍ਰੈਸ਼ਨ ਸੀ ਅਤੇ ਇਹ ਉਹ ਜਵਾਬ ਹੈ ਜਿਸ ਨੂੰ ਛੋਟਾ ਕਰਨ ਦੀ ਲੋੜ ਹੈ। ਪੰਜਵੀਂ ਸਮੱਸਿਆ ਅਸਲ ਵਿੱਚ ਸਰਲ ਸਮੱਸਿਆ ਹੈ। ਇਸ ਲਈ ਸਰਲ ਸਮੱਸਿਆ। ਇਸ ਲਈ ਇਹ ਸਾਨੂੰ ਦੱਸਦਾ ਹੈ ਕਿ ਇੱਕ ਓਸੀਲੇਟਿੰਗ ਸਿਸਟਮ ਵਿੱਚ ਇੱਕ ਰੈਜ਼ੋਨੈਂਟ ਫ੍ਰੀਕੁਐਂਸੀ ਓਮੇਗਾ m ਹੁੰਦੀ ਹੈ ਅਤੇ ਜੇਕਰ ਡਰਾਈਵਿੰਗ ਮੌਜੂਦ ਹੈ ਤਾਂ ਰੇਜ਼ੋਨੈਂਟ ਕਰਵ ਦੀ ਵਿਡਥ ਓਮੇਗਾ n ਬਾਏ 5 ਹੈ। Q ਦੀ ਵੈਲਿਊ ਦਾ ਪਤਾ ਕਰੋ। ਇਸ ਲਈ ਮੋਟੇ ਤੌਰ ਤੇ ਇੱਥੇ ਜਾਣਕਾਰੀ ਨੂੰ ਸਕੈਚ ਕਰਨ ਲਈ ਜੋ ਇਹ ਕਹਿੰਦਾ ਹੈ ਕਿ ਜੇਕਰ ਤੁਹਾਡੇ ਕੋਲ ਓਮੇਗਾ ਦੇ ਫੰਕਸ਼ਨ ਵਜੋਂ ਐਵਰੇਜ p ਹੈ ਅਤੇ ਹੋ ਸਕਦਾ ਹੈ ਕਿ ਇੱਥੇ ਤੁਹਾਡੀ ਰੈਜ਼ੋਨੈਂਸ ਕਰਵ ਹੈ ਅਤੇ ਇਹ ਓਮੇਗਾ m ਹੈ ਜੋ ਕਿ ਰੈਜ਼ੋਨੈਂਟ ਫ੍ਰੀਕੁਐਂਸੀ ਹੈ ਅਤੇ ਇੱਥੇ ਵਿਡਥ ਇਹ ਵਿਡਥ ਓਮੇਗਾ m ਬਾਏ 5 ਦੇ ਇਕੁਅਲ ਹੈ ਅਤੇ ਸਾਨੂੰ Q ਦੀ ਵੈਲਿਊ ਪਤਾ ਕਰਨ ਦੀ ਲੋੜ ਹੈ ਤਾਂ ਕਿ Q ਵੈਲਿਊ ਸਿਰਫ ਵਿਡਥ ਹੋਵੇ। ਰੈਜ਼ੋਨੈਂਟ ਫ੍ਰੀਕੁਐਂਸੀ ਨੂੰ ਰੈਜ਼ੋਨੈਂਸ ਕਰਵ ਦੀ ਵਿਡਥ ਨਾਲ ਡਿਵਾਈਡ ਕੀਤਾ ਜਾਂਦਾ ਹੈ ਜੋ ਇਹ ਕੁਆਂਟੀਟੀ ਹੈ। ਇਸ ਲਈ ਇਸ ਕੇਸ ਵਿੱਚ ਸਾਨੂੰ ਵੱਖਰੇ ਤੌਰ ਤੇ ਇਹ ਜਾਣਨ ਦੀ ਜ਼ਰੂਰਤ ਨਹੀਂ ਹੈ ਕਿ ਓਮੇਗਾ 1 ਅਤੇ ਓਮੇਗਾ 2 ਦੀ ਵੈਲਿਊ ਕੀ ਹੈ। ਅਸਲ ਵਿੱਚ ਮੈਨੂੰ ਇਹ ਜਾਣਨ ਦੀ ਜ਼ਰੂਰਤ ਨਹੀਂ ਹੈ ਕਿ ਓਮੇਗਾ 1 ਅਤੇ ਓਮੇਗਾ 2 ਦੀ ਵੈਲਿਊ ਕੀ ਹੈ, ਕਿਉਂਕਿ ਮੇਰੇ ਕੋਲ ਸਿੱਧੇ ਤੌਰ ਤੇ ਵਿਡਥ ਦੀ ਇਨਫੋਰਮੇਸ਼ਨ ਹੈ। ਇਸ ਲਈ Q ਇਕੁਅਲ ਓਮੇਗਾ 0 ਨੂੰ ਓਮੇਗਾ 2 ਮਾਈਨਸ ਓਮੇਗਾ 1 ਨਾਲ ਡਿਵਾਈਡ ਕੀਤਾ ਜਾਂਦਾ ਹੈ ਅਤੇ ਓਮੇਗਾ 0 ਨੂੰ ਓਮੇਗਾ m ਵਜੋਂ ਦਿੱਤਾ ਜਾਂਦਾ ਹੈ ਜੋ ਕਿ ਰੈਜ਼ੋਨੈਂਟ ਫ੍ਰੀਕੁਐਂਸੀ ਨੂੰ ਇਸ ਕੁਆਂਟੀਟੀ ਦੁਆਰਾ ਡਿਵਾਈਡ ਕੀਤਾ ਜਾਂਦਾ ਹੈ। ਓਮੇਗਾ 2 ਮਾਈਨਸ ਓਮੇਗਾ m ਓਮੇਗਾ 1 ਨੂੰ ਰੈਜ਼ੋਨੈਂਸ ਕਰਵ ਦੀ ਵਿਡਥ ਕਿਹਾ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਕੀ ਹੈ ਜੋ ਸਿਰਫ ਓਮੇਗਾ m ਡਿਵਾਈਡੇਡ ਬਾਏ 5 ਹੈ। ਇਸ ਲਈ ਇਹ ਓਮੇਗਾ m ਡਿਵਾਈਡੇਡ ਬਾਏ ਓਮੇਗਾ m ਜੋ 5 ਦੇ ਇਕੁਅਲ ਹੈ। ਇਹ ਕੈਂਸਲ ਹੋ ਜਾਵੇਗਾ। ਇਸ ਲਈ ਇਸ ਸਿਸਟਮ ਲਈ Q ਦੀ ਵੈਲਿਊ 5 ਹੈ। ਇਹ ਲੋੜੀਂਦਾ ਜਵਾਬ ਹੈ।